कहते ने जेड़ा दिल दी ना बुझे गल दोस्तों, जेड़ा दिल दी ना बुझे गल दोस्तों, इस दुनिया दे उत्ते दिलदार नहीं, जिन्हों भंगड़ा ना आवे वो कादा गबरू, जेड़ी नचना ना जाने वो मुटियार नहीं। हुण आप सब दे सामने 12वीं जमात दियां विद्यार्थियां अपनी परफॉर्मेंस लेके पेश हैं। बहुत ही होनहार अध्यापक श्रीमती सुरिंदरपाल कौर लैक्चरर हिस्टरी उन्होंने रिटायरमेंट के संबंध हो रहा है, क्योंकि अज के समागम के मुख्य मेहमान ने उन्होंने जिंदगी के हम सफर सरदार सुखजिंदर सिंह जी सराह, उन्होंने बगीची की खिले हुए फुल बेटी जसनूर, बेटा आलमवीर विर्क ते बेटा देशवीर, इन्हां सारियां दा मैं अपने वालों, अपने स्टाफ वालों, अपने बच्चों वालों अपने स्कूल दे विच पहुंचण ते इनका स्वागत करदी हां ते नाल दी नाल
ਮੈਮ ਦੇ ਲਈ ਇਹ ਵਿਸ਼ ਕਰਦੀ ਹਾਂ ਕਿ ਉਹਨਾਂ ਦੀ ਇਹ ਰਿਟਾਇਰਮੈਂਟ ਜਿਹੜੀ ਹੈ ਉਹ ਬਹੁਤ ਹੀ ਖੁਸ਼ੀਆਂ ਭਰੀ ਹੋਵੇ, ਕਿਉਂਕਿ ਰਿਟਾਇਰਮੈਂਟ ਜਿਹੜਾ ਟਾਈਮ ਹੈ ਇਹ ਜ਼ਿੰਦਗੀ ਦਾ ਇੱਕ ਗੋਲਡਨ ਫੇਜ਼ ਹੁੰਦਾ। ਇਨਸਾਨ ਨੂੰ ਲੱਗਦਾ ਹੁੰਦਾ ਹੈ ਕਿ ਰਿਟਾਇਰ ਹੋ ਗਏ ਤਾਂ ਬਸ ਮੁੰਡਾ ਪਤਾ ਨਹੀਂ ਵਿਹਲੇ ਹੋ ਗਏ, ਪਰ ਨਹੀਂ, ਇਹ ਜ਼ਿੰਦਗੀ ਦਾ ਇੱਕ ਸੁਨਹਿਰੀ ਮੌਕਾ ਹੁੰਦਾ ਹੈ ਜਿਸ ਨੂੰ ਅਸੀਂ ਮਾਣਨਾ ਹੁੰਦਾ ਆ, ਕਿਉਂਕਿ ਜਦੋਂ ਇਨਸਾਨ ਸੇਵਾ ਦੇ ਵਿੱਚ ਹੁੰਦਾ ਹੈ, ਨੌਕਰੀ ਕਰ ਰਿਹਾ ਹੁੰਦਾ ਹੈ, ਤਾਂ ਉਹ ਕੁਝ ਨਿਯਮਾਂ ਦੇ ਅਧੀਨ ਬੱਝਿਆ ਹੁੰਦਾ। ਉਹਨੂੰ ਕਈ ਵਾਰ ਆਪਣੇ ਘਰੇਲੂ ਕੰਮਕਾਰਾਂ ਦੇ ਲਈ ਵੇਲ ਨਹੀਂ ਮਿਲਦੀ, ਟਾਈਮ ਨਹੀਂ ਮਿਲਦਾ, ਸੋ ਉਹਨਾਂ ਨਿਯਮਾਂ ਦੇ ਵਿੱਚ ਬੱਝੇ ਹੋਣ ਕਰਕੇ ਉਹ ਉਸਦੇ ਕੋਲ ਥੋੜਾ ਫ੍ਰੀ ਟਾਈਮ ਨਹੀਂ ਹੁੰਦਾ। ਇਹ ਇੱਕ ਉਹ ਟਾਈਮ ਹੁੰਦਾ ਕਿ ਜਿਹੜੇ ਕਈ ਵਾਰੀ ਅਸੀਂ ਡ੍ਰੀਮਸ ਲਏ ਹੁੰਦੇ ਆ ਜਾਂ ਸੋਚਿਆ ਹੁੰਦਾ ਹੈ ਵੀ ਅਸੀਂ ਇਹ ਕੰਮ ਕਰਨੇ ਸੀ ਪਰ ਸਾਨੂੰ ਟਾਈਮ ਨਹੀਂ ਮਿਲਿਆ, ਤਾਂ ਉਹਨਾਂ ਡ੍ਰੀਮਸ ਨੂੰ, ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਟਾਈਮ ਹੁੰਦਾ ਹੈ ਇਹ। ਸੋ ਮੈਂ ਮੈਮ ਦੇ ਲਈ ਇਹੀ ਕੁਝ ਯਾਦਾਂ ਉਹਨਾਂ ਦੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੂੰਗੀ ਕਿ ਜਦੋਂ ਇਹ ਜੂਨ ਦੇ ਵਿੱਚ ਮੇਰੇ ਕੋਲੇ ਆਏ, ਮੈਨੂੰ ਪਤਾ ਲੱਗਿਆ ਕਿ ਮੈਮ ਸੁਰਿੰਦਰ ਕੌਰ ਤੁਹਾਡੇ ਕੋਲ ਐਜ਼ ਹਿਸਟਰੀ ਲੈਕਚਰਰ ਆ ਰਹੇ ਨੇ। ਖੈਰ ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਜਾਣਦੀ ਸੀ, ਥੋੜੇ ਫੈਮਿਲੀ ਰਿਲੇਸ਼ਨ ਸੀਗੇ। ਭਾਈ ਸਾਹਿਬ ਦੇ ਸਿਸਟਰ ਨੂੰ ਮੈਂ ਕਾਫੀ ਵਾਰ ਮਿਲੀ ਸੀ, ਉਹ ਮੇਰੇ ਹਸਬੈਂਡ ਦੇ ਕੋਲੀਗ ਸੀਗੇ, ਤਾਂ ਫੈਮਿਲੀ ਦੇ ਨਾਲ ਅੱਛੇ ਰਿਲੇਸ਼ਨ ਸੀ। ਇਸ ਗੱਲ ਦੀ ਵੀ ਖੁਸ਼ੀ ਸੀ ਵੀ ਇੱਕ ਜਾਣਕਾਰ ਬੰਦਾ ਜਿਹੜਾ ਹੈ ਉਹ ਆ ਰਿਹਾ ਹੈ, ਤੇ ਦੂਸਰਾ ਇਹਨਾਂ ਬਾਰੇ ਮੈਨੂੰ ਪਹਿਲਾਂ ਵੀ ਪਤਾ ਸੀ, ਇਹਨਾਂ ਦੇ ਸੁਭਾਅ ਬਾਰੇ, ਕਿ ਮੇਰੇ ਕੋਲ ਇੰਨੇ ਇੱਕ ਖੁਸ਼ ਦਿਲ ਵਿਅਕਤੀ ਜਿਹੜੇ ਹੈ ਉਹ ਆ ਰਹੇ ਹੈ, ਤੇ ਮੇਰਾ ਜਿਹੜਾ ਸਕੂਨ ਦਾ ਚੁਗਿਰਦਾ ਹੈ ਉਹ ਇਹਨਾਂ ਦੇ ਆਉਣ ਦੇ ਨਾਲ ਝੂਮ ਉੱਠੇਗਾ। ਸੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ, ਪਰ ਥੋੜੀ ਜਿਹੀ ਨਿਰਾਸ਼ਾ ਉਦੋਂ ਹੋਈ ਜਦੋਂ ਇਹ ਪਤਾ ਲੱਗਾ ਕਿ ਮੈਮ ਨੇ ਤਾਂ ਮਾਰਚ ਦੇ ਵਿੱਚ ਰਿਟਾਇਰ ਹੋ ਜਾਣਾ। ਬੇਸ਼ੱਕ ਕੁਝ ਮਹੀਨੇ ਹੀ ਸਾਡੇ ਨਾਲ ਰਹੇ, ਪਰ ਇੱਕ ਇਹੋ ਜਿਹਾ ਮਾਹੌਲ, ਇੱਕ ਇਹੋ ਜਿਹਾ ਮਤਲਬ ਐਕੈਡੈਮਿਕ ਜਿਹੜਾ ਮਾਹੌਲ ਬੱਚਿਆਂ ਨੂੰ ਦੇ ਕੇ ਗਏ ਕਿ ਮੈਨੂੰ ਲੱਗਦਾ ਹੈ ਵੀ ਮੇਰੇ ਬੱਚੇ ਸਾਰਾ ਜਿਹੜੀ ਆਪਣੀ ਲਾਈਫ ਦੇ ਵਿੱਚ ਯਾਦ ਰੱਖਣਗੇ, ਆਪਣੀ ਸਕੂਲੀ ਜ਼ਿੰਦਗੀ ਦੇ ਵਿੱਚ, ਵੀ ਸਾਨੂੰ ਕੁਝ ਇਹੋ ਜਿਹੇ ਅਧਿਆਪਕ ਜਿਹੜੇ ਉਹ ਮਿਲੇ ਸੀ। ਸਿਲੇਬਸ ਤਾਂ ਬਹੁਤ ਸਾਰੇ ਅਧਿਆਪਕ ਜਿਹੜੇ ਉਹ ਕਵਰ ਕਰਾ ਜਾਂਦੇ, ਬਟ ਇਹੋ ਜਿਹੇ ਅਧਿਆਪਕ ਜਿਹੜੇ ਕਿਸੇ ਬੱਚੇ ਨੂੰ ਉਹਦੀ ਜ਼ਿੰਦਗੀ ਦੀ ਜੀਣ ਦੀ ਜਿਹੜੀ ਹੈ ਉਹ ਕਲਾ ਸਿਖਾ ਜਾਣ, ਤੇ ਮੈਨੂੰ ਲੱਗਦਾ ਹੈ ਉਹ ਮੈਡਮ ਸੁਰਿੰਦਰਪਾਲ ਕੌਰ ਮੇਰੇ ਬੱਚਿਆਂ ਨੂੰ ਦੇ ਕੇ ਗਏ ਆ ਉਹ ਕਲਾ। ਸੋ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਇਹ ਮੇਰੀ ਪ੍ਰਿਵਿਲੇਜ ਹੈ, ਮੇਰੇ ਲਈ ਇੱਕ ਬਹੁਤ ਵਧੀਆ ਮੌਕਾ ਸੀ ਕਿ ਮੈਂ ਮੈਮ ਨੂੰ ਆਪਣੇ ਸਕੂਲ ਦੇ ਵਿੱਚ ਇੱਕ ਕੋ-ਵਰਕਰ ਦੇ ਤੌਰ ਤੇ ਪਾਇਆ। ਕੋ-ਵਰਕਰ ਹੀ ਨਹੀਂ, ਮੇਰੇ ਤਾਂ ਉਹ ਇੱਕ ਵੱਡੀ ਭੈਣ, ਮੇਰੇ ਇੱਕ ਮੈਂਟਰ ਵੀ ਮੈਂ ਤਾਂ ਉਹਨਾਂ ਨੂੰ ਕਹੂੰਗੀ। ਬੇਸ਼ੱਕ ਮੈਂ ਉਹਨਾਂ ਦੇ ਮੁਖੀ ਸੀ, ਪਰ ਨਹੀਂ, ਮੇਰੇ ਸਕੂਲ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਰਿਹਾ। ਅਸੀਂ ਹਮੇਸ਼ਾ, ਇੱਕ ਤਾਂ ਫੀਮੇਲ ਸਟਾਫ ਆ, ਤੇ ਅਸੀਂ ਹਮੇਸ਼ਾ ਇਸ ਤਰ੍ਹਾਂ ਹੀ ਰਹੇ ਹਾਂ ਵੀ ਜਿਸ ਤਰ੍ਹਾਂ ਵੱਡੀਆਂ ਛੋਟੀਆਂ ਭੈਣਾਂ ਦੀ ਤਰ੍ਹਾਂ। ਸੋ ਵੱਡੀ ਭੈਣ ਦੀ ਤਰ੍ਹਾਂ ਉਹ ਮੈਨੂੰ ਕਈ ਵਾਰ ਗਾਈਡ ਵੀ ਕਰ ਦਿੰਦੇ ਸੀ। ਸੋ ਮੈਮ ਦੇ ਲਈ ਇਹੀ ਵਿਸ਼ ਕਰੂੰਗੀ ਕਿ ਉਹਨਾਂ ਦੀ ਚੰਗੀ ਹੈਲਥ ਰਹੇ, ਗੁੱਡ ਹੈਲਥ ਹੋਏ, ਜਿਹੜੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੜਾ ਖੁਸ਼ੀਆਂ ਭਰਿਆ ਹੋਏ, ਤੇ ਨਾਲ ਹੀ ਨਾਲ ਉਹ ਜਿਹੜਾ ਉਹਨਾਂ ਦੀਆਂ ਹੌਬੀਜ਼ ਹੈਗੀਆਂ, ਸਾਨੂੰ ਪਤਾ ਉਹਨਾਂ ਦੀਆਂ ਹੌਬੀਜ਼ ਗਾਰਡਨਿੰਗ, ਘੁੰਮਣਾ ਫਿਰਨਾ, ਉਹ ਜਿਹੜਾ ਹੈ ਇਸ ਟਾਈਮ ਦੇ ਵਿੱਚ ਇੰਜੋਏ ਕਰ ਲੈਣਗੇ।
ਮਿਸ ਕਰਾਂਗੇ, ਤੁਹਾਨੂੰ ਬਹੁਤ ਮਿਸ ਕਰਾਂਗੇ। ਪਰ ਕਹਿੰਦੇ ਹੁੰਦੇ ਆ ਵੀ ਜਿਹੜੀ ਰਿਟਾਇਰਮੈਂਟ ਹੈ ਉਹ ਫਿਕਸ ਆ। ਜਦੋਂ ਇਨਸਾਨ ਸੇਵਾ ਚ ਆਉਂਦਾ ਆ, ਕੋਈ ਵੀ EMPLOYE ਸੇਵਾ ਚ ਆਉਂਦਾ ਆ, ਤਾਂ ਉਸੇ ਦਿਨ ਹੀ ਪੁੱਛਣ ਲੱਗ ਪੈਂਦੇ ਆ ਵੀ ਕਦੋਂ ਰਿਟਾਇਰ ਹੋਣਾ ਜੀ। ਉਹ ਫਿਕਸ ਹੈ। ਮੈਂ ਤਾਂ ਮੈਮ ਨੂੰ ਇਹੀ ਰਿਕੁਐਸਟ ਕਰੂੰਗੀ, ਭਾਜੀ ਨੇ ਵੈਸੇ ਪਹਿਲਾਂ ਹੀ ਕਹਿ ਦਿੱਤੀ ਇਹ ਗੱਲ, ਵੀ ਬੇਸ਼ੱਕ ਤੁਸੀਂ ਸਰਕਾਰੀ ਤੌਰ ਤੇ ਸੇਵਾ ਮੁਕਤ ਹੋ ਗਏ ਹੋ, ਅਸੀਂ ਤੁਹਾਡੇ ਤੋਂ ਹਮੇਸ਼ਾ ਇਹੀ ਉਮੀਦ ਕਰਾਂਗੇ ਕਿ ਤੁਸੀਂ ਪਹਿਲਾਂ ਦੀ ਤਰ੍ਹਾਂ ਸਕੂਲ ਦੇ ਵਿੱਚ ਆਉਂਦੇ ਰਹੋ। ਹਾਂ, ਇਹ ਹੈ ਵੀ ਜ਼ਰੂਰੀ ਨਹੀਂ ਵੀ 8 ਵਜੇ ਜਾਂ 8:30 ਵਜੇ ਆਣਾ। ਜਦੋਂ ਵੀ ਤੁਹਾਨੂੰ ਮਤਲਬ ਠੀਕ ਲੱਗੇ, ਤੁਸੀਂ ਉਸ ਸਮੇਂ ਆ ਕੇ ਮੇਰੇ ਬੱਚਿਆਂ ਨੂੰ ਆਪਣੀਆਂ ਸੇਵਾਵਾਂ ਜਿਹੜੀਆਂ ਹੈ ਉਹ ਦਿੰਦੇ ਰਹੋਗੇ। ਇਸੇ ਆਸ ਤੇ ਉਮੀਦ ਦੇ ਨਾਲ ਕਿ ਜਿਹੜੇ ਆਉਣ ਵਾਲੇ 20-25 ਦਿਨ ਹੈਗੇ ਆ, ਜੇ ਬੱਚਿਆਂ ਦੀ ਕੋਈ ਹਿਸਟਰੀ ਦੇ ਵਿੱਚ ਕੋਈ ਕਮੀ ਉਹਨਾਂ ਨੂੰ ਮਹਿਸੂਸ ਹੁੰਦੀ ਹੈ ਤਾਂ ਉਹ ਆਪ ਹੀ ਜਾਂ ਮੇਰੇ ਨਾਲ ਗੱਲ ਕਰ ਲੈਣ ਜਾਂ ਬੱਚਿਆਂ ਦੇ ਨਾਲ, ਕਿਉਂਕਿ WhatsApp ਗਰੁੱਪ ਬਣੇ ਹੋਏ ਆ, ਉਹਨਾਂ ਨੂੰ ਆਨਲਾਈਨ ਵੀ ਤੇ ਉਹਨਾਂ ਨੂੰ ਆਫਲਾਈਨ ਵੀ ਉਹ ਗਾਈਡ ਕਰਦੇ ਰਹਿਣਗੇ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਇਹੀ ਕਹਿਣਾ ਚਾਹੂੰਗੀ ਕਿ ਮੈਮ ਤੁਹਾਨੂੰ ਮਿਸ ਬਹੁਤ ਕਰਾਂਗੇ। ਤੁਹਾਡੀ ਅਗਲੇਰੀ ਜ਼ਿੰਦਗੀ ਦੇ ਲਈ ਇਹੀ ਉਮੀਦ ਦੇ ਨਾਲ ਕਿ ਤੁਸੀਂ ਖੁਸ਼ ਰਹੋ, ਇੰਜੋਏ ਕਰੋ, ਆਪਣੇ ਜਿਸ ਤਰ੍ਹਾਂ ਪਹਿਲਾਂ ਬੱਚਿਆਂ ਦੇ ਲਈ ਜਾਂ ਸਮਾਜ ਦੇ ਲਈ ਇੱਕ ਅੱਛੇ ਮਾਰਗਦਰਸ਼ਕ ਰਹੇ ਹੋ, ਉਸੇ ਤਰ੍ਹਾਂ ਆਪਣੀਆਂ ਸੇਵਾਵਾਂ ਦਿੰਦੇ ਰਹੋਗੇ। ਤੇ ਆਪਣੀ ਗੱਲ ਨੂੰ ਇੱਥੇ ਹੀ ਵਿਰਾਮ ਦਿੰਦੀ ਹੋਈ ਇੱਕ ਸ਼ੇਅਰ ਦੇ ਨਾਲ ਐਂਡ ਕਰੂੰਗੀ। ਲੋग आते हैं, लोग आते हैं, लोग जाते हैं, हर जगह नई यादें बनाते हैं। आज तुम भी हमें अपनी यादों के संग छोड़ जाओगे। शुभकामनाएं हैं हमारी, ना रहे कोई ख्वाहिश अधूरी तुम्हारी। ਉਹਨਾਂ ਨੇ ਇੱਥੇ ਰਹਿੰਦਿਆਂ ਮਹਿਸੂਸ ਕੀਤਾ ਹੋਵੇਗਾ, ਔਰ ਮੈਂ ਵੀ ਇਹ ਮਹਿਸੂਸ ਕਰਦੀ ਸੀ ਕਿ ਬੱਚਿਆਂ ਨੂੰ ਹੁਣ ਇੱਕ ਪ੍ਰਿੰਟਰ ਦੀ ਲੋੜ ਹੈ ਸਕੂਲ ਦੇ ਵਿੱਚ। ਅਸੀਂ ਕਰ ਰਹੇ ਸੀ ਇਹ ਗੱਲ ਆਪਸ ਦੇ ਵਿੱਚ ਇੱਕ ਦਿਨ ਕਿ ਇੱਕ ਪ੍ਰਿੰਟਰ ਲਿਆ ਜਾਏ ਇੱਧਰ ਸਟਾਫ ਰੂਮ ਵਾਲੀ ਸਾਈਡ ਤੇ, ਕਿ ਬੱਚਿਆਂ ਨੂੰ ਜਿਹੜਾ ਸਟੱਡੀ ਮਟੀਰੀਅਲ ਹੈ ਉਹ ਪ੍ਰਿੰਟਡ ਮਿਲ ਸਕੇ। ਸੋ ਅੱਜ ਮੈਮ ਤੁਹਾਡੇ ਲਈ ਉਹ ਇੱਥੇ ਸਕੂਲ ਨੂੰ ਲੈ ਕੇ ਗਏ ਨੇ। ਸੋ ਮੈਮ ਦਾ ਇੱਕ ਵਾਰ बहुत ही प्यारे मेरे सारे मेरे फ्रेंड्स, मेरे कलीग्स ते प्यारे बच्चे, मैं लगता है 33 साल हो गए मैं अपना अध्यापन शुरू किए हुए, पर मैं सोचती हाँ कि मौजा मांगते हुए मैंने पता ही नहीं लग्या भी ये दिन भी आना है। चाहे निश्चित होंगे है सारे आप कह गए हाँ, पर उस वे आप सोचते ही नहीं। पर अज जो ये दिन नेड़े आ गया ਤਾਂ ਮੈਂ ਜਦੋਂ ਬੈਠ ਕੇ ਕੱਲ ਵੀ ਸਵੇਰੇ ਵੀ ਮੈਂ ਸੋਚ ਰਹੀ ਸੀ ਕਿ ਮੈਨੂੰ ਪੜ੍ਹਾਉਂਦੇ ਹੋਏ ਇੰਨੇ ਸਾਲ ਹੋ ਗਏ ਨੇ, ਪਰ ਮੈਨੂੰ ਤਾਂ ਕੱਲ ਦੀ ਗੱਲ ਲੱਗਦੀ ਹੈ। ਮੈਨੂੰ ਲੱਗਦਾ ਹੀ ਨਹੀਂ ਕਿ ਵੀ ਇੰਨੇ ਸਾਲ ਤੋਂ ਮੈਂ ਜੁੜੀ ਹੋਈਆਂ ਵੱਖ-ਵੱਖ ਸਕੂਲਾਂ ਨਾਲ, ਵੱਖ-ਵੱਖ ਅਦਾਰਿਆਂ ਨਾਲ। ਬੜਾ ਹੀ ਚੰਗਾ ਲੱਗਿਆ ਇੰਨੇ ਸਾਲ ਤੋਂ ਮੌਜਾਂ ਮਾਣਦੇ ਹਾਂ। ਬਹੁਤ ਸਾਰੀਆਂ ਫਰੈਂਡਸ ਮਤਲਬ ਇਹੋ ਜਿਹੀਆਂ ਬਣੀਆਂ, ਬਹੁਤ ਸਾਰੀਆਂ ਮਤਲਬ ਜਿੰਨੇ ਵੀ ਸਾਡੇ ਨਾਲ ਚਾਹੇ ਜੈਂਟਸ ਵੀ ਹੋਣ, ਉਹਨਾਂ ਨਾਲ ਇਹੋ ਜਿਹੇ ਸੰਬੰਧ ਬਣ ਗਏ। ਪਹਿਲਾਂ ਇੱਕ ਜ਼ਿੰਦਗੀ ਦਾ ਹਿੱਸਾ ਬਣੇ, ਫਿਰ ਉਹ ਦਿਲਾਂ ਦਾ ਹਿੱਸਾ ਬਣ ਗਏ। ਆਪਣੇ ਜਿਹੜੇ ਸਕੇ ਭੈਣ ਭਰਾ ਨੇ ਉਹ ਵੀ ਬਹੁਤ, ਕੋਈ 14 ਸਾਲ, ਕੋਈ 18 ਸਾਲ, ਵੱਧ ਤੋਂ ਵੱਧ ਉਸ ਤੋਂ ਬਾਅਦ ਸਾਰੇ ਵਿਛੜ ਜਾਂਦੇ ਨੇ। ਇਹਨਾਂ ਨਾਲ ਸਾਡਾ ਸਭ ਤੋਂ ਮਤਲਬ ਲੰਬਾ ਸਾਥ ਜਿਹੜਾ 33 ਸਾਲਾਂ ਦਾ, ਉਹ ਸਭ ਤੋਂ ਜ਼ਿਆਦਾ ਆਪਣਾ ਜਦੋਂ ਵੀ ਆਪਾਂ ਜਿੱਥੇ ਕੋਈ ਪ੍ਰੋਫੈਸ਼ਨਲ ਲਾਈਫ ਸ਼ੁਰੂ ਕਰਦੇ ਹਾਂ, ਉਹ ਸਾਥ ਸਭ ਤੋਂ ਲੰਬਾ ਹੁੰਦਾ ਹੈ। ਤੇ ਮੈਂ ਹਮੇਸ਼ਾ ਹੁਣ ਵੀ ਸੋਚਦੀ ਹਾਂ ਕਿ ਇਹ ਜਿਹੜਾ ਮੇਰਾ ਇੰਨਾ ਖੂਨ ਦੇ ਰਿਸ਼ਤੇ ਨਾਲੋਂ ਵੀ ਤੁਹਾਡੇ ਨਾਲ ਡੂੰਘਾ ਰਿਸ਼ਤਾ ਹੈ, ਜਿਹੜਾ ਮੈਂ ਕਦੇ ਵੀ ਨਹੀਂ ਭੁੱਲ ਸਕਦੀ। ਜੋ ਵੀ ਤੁਸੀਂ, ਚਾਹੇ ਮੈਨੂੰ ਕੁਛ ਅਰਸਾ ਹੀ ਹੋਇਆ ਇਸ ਸਕੂਲ 'ਚ ਆਇਆ ਹੋਇਆ, ਕੁਛ ਮਹੀਨੇ ਹੋਏ ਨੇ, ਪਰ
ਮੈਨੂੰ ਲੱਗਦਾ ਕਿ ਆਪਣਾ ਜਿਹੜਾ ਸਾਥ ਆ ਬਹੁਤ ਪੁਰਾਣਾ ਹੈ। ਕੁਝ ਸਾਥੀ ਤਾਂ ਮੇਰੇ ਜਿਹੜੇ ਨੇ ਇਸ ਮਹਿਫਲ 'ਚ ਕਾਫੀ ਪੁਰਾਣੇ ਵੀ ਬੈਠੇ ਨੇ, ਜਿਹੜੇ ਮੈਨੂੰ ਪਹਿਲਾਂ ਜਦੋਂ ਮੈਂ ਸਰਵਿਸ ਜੁਆਇਨ ਕੀਤੀ ਹੈ ਉਦੋਂ ਦੇ ਮੇਰੇ ਨਾਲ ਵੀ। ਤਾਂ ਕਹਿੰਦੇ ਦੁਨੀਆ ਗੋਲ ਆ, ਮੁੜ ਮੁੜ ਕੇ ਸਾਰੇ ਜੁੜ ਜਾਂਦੇ ਨੇ। ਕੁਝ ਮੇਰੇ ਜੀਵਨ ਦੇ ਬਹੁਤ ਪਿਆਰੇ ਹੋਰ ਵੀ ਫਰੈਂਡਸ ਨੇ ਜੋ ਇਸ ਮਹਿਫਲ ਦੀਆਂ ਨਹੀਂ ਹਿੱਸਾ ਹਨ, ਪਰ ਅੱਜ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਵੱਡਿਆਂ ਤੋਂ ਵੀ ਮਿਲਿਆ। ਉਹ ਸਭ ਕੁਝ ਚਾਹੇ ਆਪਾਂ ਸਕੂਲ ਛੁੱਟ ਜਾਂਦਾ, ਪਰ ਉਹਨਾਂ ਦੀ ਦਿੱਤੀ ਹੋਈ ਜਿਹੜੀ ਸੇਧ ਆ, ਉਹਨਾਂ ਦੀ ਦਿੱਤੀ ਹੋਈ ਜਿਹੜੀ ਨਸੀਹਤ ਆ, ਉਹ ਹਮੇਸ਼ਾ ਹੀ ਮੇਰੇ ਨਾਲ ਰਹੂਗੀ। ਉਹਨਾਂ ਤੋਂ ਜੋ ਮੈਂ ਸਿੱਖਿਆ ਉਹ ਮੈਂ ਇੱਥੇ ਨਾਲ ਹੀ ਲੈ ਕੇ ਜਾ ਰਹੀ ਹਾਂ। ਫਿਰ ਵੀ ਤੁਸੀਂ ਵੀ ਜਿਨ੍ਹਾਂ ਬੱਚਿਆਂ ਨੇ ਇੰਨਾ ਸੋਹਣਾ ਪ੍ਰੋਗਰਾਮ ਮੇਰੇ ਲਈ ਕੀਤਾ, ਉਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਉਹਨਾਂ ਤੋਂ ਵੀ ਜ਼ਿਆਦਾ ਧੰਨਵਾਦ ਉਹਨਾਂ ਟੀਚਰਾਂ ਦਾ ਜਿਨ੍ਹਾਂ ਨੇ ਕਿੰਨੇ ਦਿਨ ਤੋਂ ਜਦੋਂ ਮੈਂ ਕੋਲ ਜਾਂਦੀ ਸੀ, ਮੈਮ ਤੁਸੀਂ ਬਾਹਰ ਜਾਓ, ਚੋਰੀ ਚੋਰੀ ਮੇਰੇ ਲਈ ਜਿੰਨੀ ਮਿਹਨਤ ਕੀਤੀ। ਭਰਤੀ ਮੈਮ ਹੋ ਗਏ ਨੇ, ਹੈ ਨਾ, ਸੁਨੀਤਾ ਮੈਮ, ਸ਼ੋਭਾ ਮੈਮ ਆਪ ਲਿਖ ਰਹੇ ਸੀ। ਮੈਂ ਤੁਹਾਨੂੰ ਮੈਮ ਕਦੇ ਜ਼ਿੰਦਗੀ 'ਚ ਨਹੀਂ ਭੁਲਾ ਸਕਦੀ ਕਿ ਤੁਸੀਂ ਕਿੰਨੇ ਚਾਵਾਂ ਨਾਲ ਨਾ ਮੇਰੇ ਲਈ ਇਹ ਸਭ ਕੁਝ ਕੀਤਾ। ਅੱਜ ਮੈਂ ਜਦੋਂ ਆ ਕੇ ਦੇਖਿਆ ਮੈਨੂੰ ਤਾਂ ਨੁਹਾਰ ਹੀ ਬਦਲੀ ਲੱਗੀ, ਕਮਰੇ ਦੀ ਵੀ, ਆਪਣੇ ਪੂਰੇ ਵਿਹੜੇ ਦੀ ਵੀ, ਹੈ ਨਾ। ਮੈਨੂੰ ਤਾਂ ਲੱਗਿਆ ਜਿਵੇਂ ਇੱਥੇ ਪੂਰਾ ਕੋਈ ਵਿਆਹ ਹੀ ਰੱਖਿਆ ਹੋਇਆ ਹੈ। ਤਾਂ ਬਹੁਤ ਚੰਗਾ ਲੱਗਿਆ ਜੋ ਤੁਸੀਂ ਸਾਰਿਆਂ ਨੇ ਮੇਰੇ ਲਈ ਕੀਤਾ। ਪਿਆਰੇ ਬੱਚੇ, ਅੱਜ ਮੇਰੀ ਰਿਟਾਇਰਮੈਂਟ ਨਹੀਂ ਹੋ ਰਹੀ, ਮੇਰੀ ਵਿਦਾਇਗੀ ਦੇ ਨਾਲ ਤੁਹਾਡੀ ਵੀ ਵਿਦਾਇਗੀ ਆ, ਹੈ ਨਾ। ਅੱਜ ਮੇਰੀਆਂ ਬਹੁਤ ਹੀ ਸਭ ਤੋਂ ਪਿਆਰੀਆਂ ਕਲਾਸਾਂ ਹੋਈਆਂ ਨੇ, +1 +2, ਜੋ ਵੀ ਬੱਚੀਆਂ ਮੇਰੇ ਕੋਲ ਬੈਠੀਆਂ ਨੇ। ਇਹਨਾਂ ਨਾਲ ਮੈਂ ਤਾਂ ਐਜ਼ ਏ ਫਰੈਂਡ ਹੀ ਰਹਿੰਦੀ ਹੁੰਦੀ ਹਾਂ, ਇਹਨਾਂ ਨੂੰ ਪਤਾ ਹੈ ਹਰ ਗੱਲ ਅਸੀਂ ਆਪਸ 'ਚ ਸਾਂਝੀ ਕਰ ਲਈਦੀ ਆ। ਤੇ ਅੱਜ ਇਹਨਾਂ ਬੱਚਿਆਂ ਨੇ ਵੀ ਜਾਣਾ। ਬੱਚੋ, ਮੇਰਾ ਵੀ ਤੁਹਾਡੇ ਲਈ ਇੱਕੋ ਹੀ ਇਹ ਹੋਊਗਾ ਕਿ ਆਪਣੀ ਜ਼ਿੰਦਗੀ 'ਚ, ਜਦੋਂ ਮੈਂ ਕਲਾਸ 'ਚ ਵੀ ਕਹਿੰਦੀ ਹੁੰਦੀ ਹਾਂ, ਇੱਕ ਗੋਲ ਬਣਾਓ, ਆਪਣਾ ਇੱਕ ਜ਼ਿੰਦਗੀ ਦਾ ਲਕਸ਼ ਬਣਾਓ ਤੇ ਉਸ ਲਕਸ਼ ਤੇ ਤੁਸੀਂ ਹਮੇਸ਼ਾ ਹੀ ਅੱਗੇ ਚੱਲਦੇ ਰਹਿਣਾ। ਕੋਈ ਵੀ ਰੁਕਾਵਟਾਂ ਜ਼ਰੂਰ ਆਉਣਗੀਆਂ ਬੇਟੇ, ਪਰ ਜਦੋਂ ਤੁਸੀਂ ਡਟੇ ਰਹੋਗੇ ਨਾ ਤਾਂ ਤੁਸੀਂ ਜ਼ਿੰਦਗੀ 'ਚ ਜੋ ਤੁਸੀਂ ਮੁਕਾਮ ਚੁਣ ਲਿਆ, ਕਾਮਯਾਬ ਜ਼ਰੂਰ ਹੋਵੋਗੇ। ਮੈਂ ਆਪਣੇ ਬਾਕੀ ਬੱਚਿਆਂ ਨੂੰ ਵੀ ਕਹਿੰਦੀ ਹੁੰਦੀ ਹਾਂ, ਬੱਚੋ ਜਦੋਂ ਤੁਸੀਂ ਕਿਤੇ ਨੌਕਰੀ ਤੇ ਕਿਸੇ ਮੁਕਾਮ ਤੇ ਲੱਗ ਜਾਓ ਨਾ, ਮੇਰਾ ਜਿਹੜਾ ਫੋਨ ਆ, ਜਦੋਂ ਮੈਂ ਨਵੋਦਿਆ 'ਚ ਸੀ ਉਦੋਂ ਦਾ ਹੁਣ ਤੱਕ ਸੇਮ ਨੰਬਰ ਆ। ਮੇਰੇ ਹਸਬੈਂਡ ਕਹਿੰਦੇ ਸੀ ਤੇਰਾ ਵੀ ਨੰਬਰ ਬਦਲ ਦਿੰਦੇ ਆ। ਬਹੁਤ ਵਾਰੀ ਇਹਨਾਂ ਨੇ ਨਵੇਂ ਨੰਬਰ ਲਏ, ਨਵੀਆਂ ਸਿਮਾਂ ਲਈਆਂ, ਪਰ ਮੈਂ ਹਮੇਸ਼ਾ ਇਹਨੂੰ ਕਹਿੰਦੀ ਹੁੰਦੀ ਸੀ ਮੈਂ ਨੰਬਰ ਨਹੀਂ ਚੇਂਜ ਕਰਨਾ। ਕਿਉਂ ਨਹੀਂ ਚੇਂਜ ਕਰਨਾ? ਕਿਉਂਕਿ ਇਹਦੇ ਨਾਲ ਮੇਰੇ ਬਹੁਤ ਪੁਰਾਣੇ ਜਿਹੜੇ ਸਟੂਡੈਂਟਸ ਨੇ ਉਹ ਮੈਨੂੰ ਲੱਭ ਲੈਂਦੇ ਨੇ, ਚਾਹੇ ਉਹ ਅਮਰੀਕਾ ਬੈਠੇ ਨੇ, ਕੈਨੇਡਾ ਬੈਠੇ ਨੇ, ਕੋਈ IAS ਵੀ ਨੇ, IPS ਵੀ ਨੇ, ਇੰਜੀਨੀਅਰ ਵੀ ਨੇ, ਡਾਕਟਰ ਵੀ ਨੇ। ਜਦੋਂ ਕਈ ਵਾਰੀ ਉਹ ਗੇਟ ਤੇ ਆ ਜਾਂਦੇ ਨੇ ਨਾ, ਤਾਂ ਮੈਨੂੰ ਜੋ ਖੁਸ਼ੀ ਹੁੰਦੀ ਹੈ ਨਾ, ਮਤਲਬ ਉਸ ਤੋਂ ਵੱਡੀ ਖੁਸ਼ੀ ਕੋਈ ਵੀ ਨਹੀਂ। ਕੋਈ ਨਵੋਦਿਆ 'ਚ ਮੇਜਰ ਆ, ਉਹ ਬੱਚਾ ਆਪਣੀ ਫੈਮਿਲੀ ਨੂੰ ਲੈ ਕੇ ਘਰ ਆਇਆ ਸਵੇਰੇ। ਤਾਂ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਤੁਸੀਂ ਮੰਨੋਗੇ ਨਹੀਂ, ਮੇਰੇ ਤਾਂ ਕਿੰਨੀ ਮਤਲਬ ਅੱਖਾਂ 'ਚ ਮੈਂ ਰੋਂਦੀ ਰਹੀ ਉਹਨੂੰ ਦੇਖ ਕੇ ਕਿ ਬੱਚੇ ਨੇ ਮੈਨੂੰ ਕਹਿੰਦਾ ਮੈਮ 2 ਸਾਲ ਹੋ ਗਏ ਤੁਹਾਨੂੰ ਲੱਭਦੇ ਆ ਵੀ। ਫਿਰ ਅਸੀਂ ਦੇਖਿਆ, ਫਿਰ ਕਿਤੇ ਮੇਰੇ ਹੋਰ ਟੀਚਰ ਤੋਂ ਉਹਨਾਂ ਨੇ ਨੰਬਰ ਲਿਆ, ਫਿਰ ਮੇਰਾ ਨੰਬਰ ਲਿਆ, ਫਿਰ ਮੇਰੇ ਕੋਲ ਉਹ ਘਰ ਵੀ ਮਿਲਣ ਆਏ। ਤੁਹਾਨੂੰ ਵੀ ਬੱਚਿਆਂ ਨੂੰ ਇਹੀ ਕਹੂੰਗੀ, ਜਦੋਂ ਕਿਸੇ ਮੁਕਾਮ ਤੇ ਪਹੁੰਚ ਗਏ ਨਾ ਤਾਂ ਮੈਮ ਨੂੰ ਯਾਦ ਜ਼ਰੂਰ ਕਰਿਓ। ਮੈਂ ਇੰਤਜ਼ਾਰ ਕਰੂੰਗੀ। ਕਿਉਂ? ਕਿਉਂਕਿ ਤੁਸੀਂ, ਮੈਂ ਸੋਚਦੀ ਹਾਂ ਕਿ ਤੁਸੀਂ ਮੇਰੀ ਇਹ ਇੱਛਾ ਪੂਰੀ ਕਰੋਗੇ ਨਾ ਬੱਚੇ? ਯੈਸ ਮੈਮ। ਥੈਂਕ ਯੂ। ਤੇ ਮੈਂ ਤੁਹਾਨੂੰ ਕੁੜੀਆਂ ਨੂੰ ਬੇਟੇ ਮੁੰਡਿਆਂ ਨਾਲੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ, ਕਿਉਂਕਿ ਤੁਸੀਂ ਜ਼ਿੰਦਗੀ ਦੇ ਖੁਪੇੜੇ ਜ਼ਿਆਦਾ ਸਹਿਣੇ ਹੁੰਦੇ ਨੇ। ਘਰ ਦੀ ਗ੍ਰਹਿਸਤੀ ਵੀ ਦੇਖਣੀ ਹੁੰਦੀ ਆ, ਠੀਕ ਆ, ਬਾਹਰਲੀ ਪ੍ਰੋਫੈਸ਼ਨਲ ਲਾਈਫ ਵੀ ਦੇਖਣੀ ਹੁੰਦੀ ਆ, ਹੋਰ ਰਿਸ਼ਤੇਦਾਰਾਂ ਨੂੰ ਵੀ ਦੇਖਣਾ ਹੁੰਦਾ। ਤਾਂ ਆਪਣੀਆਂ ਜ਼ਿੰਮੇਵਾਰੀਆਂ ਜੈਂਟਸ ਤੋਂ ਵੀ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ। ਮੈਨੂੰ ਆਸ ਹੈ ਕਿ ਤੁਸੀਂ ਵੀ ਬੇਟੇ ਅੱਛੇ ਹੋਵੋਗੇ, ਅੱਛੇ ਨਿਭਾਓਗੇ। ਬਾਕੀ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਹਾਂ, ਅੱਜ ਜੋ ਕੁਝ ਵੀ ਤੁਸੀਂ ਸਾਰਿਆਂ ਨੇ ਮੇਰੇ ਲਈ ਕੀਤਾ, ਉਹਨਾਂ ਲਈ ਮੈਂ ਤੁਹਾਡੇ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬਹੁਤ ਮਿਹਨਤ ਕੀਤੀ ਆ, ਬਹੁਤ ਕੁਝ ਕੀਤਾ। ਫਿਰ ਵੀ ਹਮੇਸ਼ਾ ਹੀ ਮੇਰੇ ਦਿਲ ਦੇ ਦਰਵਾਜ਼ੇ ਵੀ, ਮੇਰੇ ਘਰ ਦੇ ਦਰਵਾਜ਼ੇ ਵੀ ਹਮੇਸ਼ਾ ਹੀ ਸਾਰਿਆਂ ਲਈ ਖੁੱਲ੍ਹੇ ਰਹਿਣਗੇ। ਜਦੋਂ ਵੀ ਤੁਹਾਨੂੰ ਕੋਈ ਜ਼ਰੂਰਤ ਪਈ ਕਿਸੇ ਤਰ੍ਹਾਂ ਦੀ, ਮੇਰੇ ਕੋਲ ਆ ਸਕਦੇ ਹੋ ਬੱਚੇ ਤੁਸੀਂ ਵੀ। ਔਰ ਮੈਮ ਵੀ ਜਦੋਂ ਵੀ ਮੈਨੂੰ ਬੁਲਾਉਣਗੇ, ਜਦੋਂ ਚਾਹੇ ਇਹਨਾਂ ਨੂੰ ਪੜ੍ਹਾਉਣ ਦੀ ਲੋੜ ਹੋਵੇ ਜਾਂ ਕੋਈ ਗਾਈਡੈਂਸ ਦੀ ਕੋਈ ਵੀ ਕੁਝ ਵੀ ਹੋਵੇ, ਮੈਡਮ ਨੇ ਹਮੇਸ਼ਾ ਮੇਰੇ ਨਾਲ ਇੱਕ ਸਿਸਟਰ ਵਾਲਾ ਇਹ ਸਲੂਕ ਕੀਤਾ। ਕਦੇ ਮੈਨੂੰ ਇੱਦਾਂ ਨਹੀਂ ਲੱਗਿਆ ਕਿ ਮੇਰੇ ਬੌਸ ਨੇ, ਮੇਰੇ ਪ੍ਰਿੰਸੀਪਲ ਮੈਮ ਨੇ, ਜਦੋਂ ਵੀ ਮੈਂ ਗਈਆਂ ਨਾ, ਕੋਈ ਵੀ ਮੈਂ ਇਹਨਾਂ ਨੂੰ ਕੰਮ ਕਹਿਤਾ, ਮੈਮ ਇੱਕ ਸਟਾਫ ਰੂਮ ਬਣਾਉਣਾ, ਮੈਮ ਕਹਿੰਦੇ ਲੈ ਲਓ। ਉਸ ਤੋਂ ਬਾਅਦ ਮੈਮ ਕਹਿੰਦੇ ਜੀ ਸਾਡੇ ਕੋਲ 3000 ਰੁਪਏ ਆਈ ਹੈ, ਮੈਡਮ ਕਹਿੰਦੇ ਨਹੀਂ ਤੂੰ 8000 ਦਾ ਕਾਰਪੈਟ ਲਵਾ ਲਓ। ਮਤਲਬ ਜਿਹੜੀ ਵੀ ਮੈਂ, ਮਤਲਬ ਜਿਹੜੀ ਸਾਡੇ ਕੋਲ ਨਹੀਂ ਵੀ ਸੀ ਸਕੂਲ ਵਿੱਚ ਸੁਵਿਧਾ, ਮੈਮ ਨੇ ਉਹ ਵੀ ਮੈਨੂੰ ਮਤਲਬ ਲੈ ਕੇ ਦਿੱਤੀ ਆ। ਜਦੋਂ ਵੀ ਅਸੀਂ ਸਵੇਰੇ ਖੜੇ ਹੋਈਦਾ, ਘਰ ਦੀਆਂ ਗੱਲਾਂ ਵੀ ਕਰੀ ਹੁੰਦੀਆਂ ਨੇ, ਕਦੇ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਵੀ ਕਿਸੇ ਤਰ੍ਹਾਂ ਦੀ। ਹੋਰ ਵੀ ਜਿੰਨੇ ਵੀ ਸਟਾਫ ਮੈਂਬਰਸ ਬੈਠੇ ਨੇ, ਇਹਨਾਂ ਤੋਂ ਇੰਨਾ ਸਹਿਯੋਗ, ਇੰਨਾ ਪਿਆਰ ਮਿਲਿਆ
यही प्यार मैं हमेशा ही अपने नाल रखूँगी तुहाडा सारिਆਂ ਦਾ चुलबुलियां दी यंग गर्ल्स जिहड़ियां ने मेरियां ये सारे मैनूं खुश रखदियां सी कहंदी आओ डांस करिए आओ गिद्धा पाइए मनदीप का सारा दिन शोभा मनदीप ट्विंकल इन्हां दी चुलबुलियां तो मैं भी 20 साल होर पिछे हो जाईदा मैं इन्हां दे नाल मिल के यंग हो जाईदा सारे तो और जसवीर मैडम बैठे ने कुलवंत मैम अज लंबे चल के आए ने गुरबख्श मैडम जसवीर मैडम सुनीता सारे जिन्ने भी मेरे ने इधर तक सारे काम करने वाले जिन्ने लगे ने अमन मैम ने दूजे अमन मैम ने सारे का मैं बहुत बहुत धन्यवाद करती हाँ जिन्ने वर्कर्स ने राज होया मिडे वर्कर्स होए ने है ना चाहे कल भी बस ड्राइवर सी तो मैं देखा जब मैं तुरन लगी उन्होंने अखा च भी हंझू सी मैम तुम अज चले हो तो मैं उन्होंने सब का दिलों ही धन्यवादी हाँ तुहाडी फिर भी लास्ट में मैं कहूँगी जे मेरे को किसी वेले भी कोई बेटे जाने अनजाने विच कोई भी शब्द इदा बोल हो गया होवे तुहाडे दिल नूं ना चंगा लग्या होवे तां मैनूं माफ़ करना कि मैं जा चुका मैं हमेशा ही बेटे आस करूँगी कि अपना प्यार इस तरह ही बनया रहे रिटायरमेंट का मतलब ये नहीं है कि अपने घर बह जाना या रिटायर हो जाना एक नवी जिंदगी की सेहत आ क्योंकि कुछ मजबूरियां होंदियां ने घरां दियां कुछ बच्चों की मजबूरियां होंदियां ने उस वेले मैं भी कई अपनी इच्छावां कई सुपने पूरे नहीं कर सकी हम सोचती हाँ उन्होंने पूरे कर लेंगे जे पूरे करने में वो सेहत आ मेरे हसबैंड भी कहते थे आप सारे ही करेंगे जे वर्ल्ड घूमना वर्ल्ड भी घूमांगे योगा मैडिटेशन मैं सोचती थी कुछ खोलूँगी मैं अपने लिए सीनियर सिटीजनस लिए कुछ करूँगी कुछ बच्चों को फ्री ट्यूशन पढ़ाऊँगी मतलब मैं कुछ पॉजिटिव काम सोचे हुए ने जिंदगी के हूँ सवेरे उठ के कई बार मैं अपने गार्डन च नहीं जा पाती मैं बहुत कुछ पाती रहनी हाँ हूँ शोभा मैम जो कह रहे थे ना किते बैठ के फुल्लां नूं देखी किते तितलियां नूं देखी किते भौरियां नूं देखी किते बदलां नूं देखी शोभा मैम तो मैं हुण दसदी मैं सवेरे उठ के सब तो पहला यही करया करना यही देखा करना क्योंकि मेरे रूह दी मेरे मतलब मेरे दिल दी लेकिन मैं मतलब चाहे 9 महीने होए ने स्कूल च मैनूं आया पर इन्होंने जो मेरे बारे मतलब 18 सालों च होर नहीं कोई उत्थे नहीं दस सकिया वो इन्होंने मैम ने भट्टी मैम ने इन्ना सोहना देखो प्रोजेक्टर ते भी लगाया मैनूं नहीं सी पता कितों मेरिया सारिया फोटो कड्डियां इन्होंने तो मैं तुहाडा सब दा अति धन्नवादी हाँ तो हुण काफ़ी टाइम हो गया तो मैं अपनी उम्मीद कहनी हाँ तुहानूं हुण तुसीं मैनूं आग्या दो जाण दी पर भावुक ना करियो कोई भी खुशी खुशी जान दिओ क्योंकि जे मैं एक बारी रोन लग जाती हाँ ना फिर मैं तो चुप नहीं होया जाता थैंक यू सो मच सारिਆਂ Thank you, ma'am, for the beautiful memories and a beautiful speech. ਹੁਣ ਮੈਂ ਸੁਰਿੰਦਰਪਾਲ ਮੈਮ ਜੀ ਨੂੰ ਰਿਕੁਐਸਟ ਕਰਨਾ ਚਾਹਾਂਗੀ ਕਿ ਉਹ ਸਕੂਲ ਦੇ ਕਰਮਚਾਰੀਆਂ ਨੂੰ ਟੋਕਨ ਆਫ ਲਵ ਐਂਡ ਰਿਮੈਂਬਰੈਂਸ ਦੇਣ ਪਲੀਜ਼ ਸੁਰਿੰਦਰਪਾਲ ਮੈਮ ਐਂਡ ਫੈਮਿਲੀ ਅੱਗੇ ਮੈਂ ਸਟੇਜ ਤੇ ਬੁਲਾਉਣਾ ਚਾਹਾਂਗੀ ਸੰਤੋਖ ਸਿੰਘ ਜੀ ਨੂੰ ਸਕੂਲ ਬੱਸ ਦੇ ਡਰਾਈਵਰ मिड डे मील वर्कर्स पुष्पा दलजीत भाजी स्कूल वैन के ड्राइवर वंत भाजी स्कूल में चौकीदार घर इन्हां दा ही आ असीं सिर्फ कुछ घंटियां दे मेहमान होई ना हाँ जी चट्टी भाजी वंत भाजी आ जाओ बहुत बहुत धन्यवाद मैम सानू इतना मान सत्कार देने लिए एक छोटी जी रिक्वेस्ट है पर सानू तुसीं पता नहीं कितने गिफ्ट्स मिलते हैं आपसे वो सारे गिफ्ट बहुत बहुत धन्यवाद है थोड़ा सारे का तो मैं थोड़ी इस गल की खुशी होगी कि मैं आपको मुंडन के थोड़े शौकीन है नहीं जा सके अभी कदा मौके पर ਹੁਣ ਅਸੀਂ ਤੁਹਾਡੇ ਸਾਰਿਆਂ ਵੱਲੋਂ ਇਕੱਠੇ ਹੋ ਕੇ ਇਨਕਲੂਡਿੰਗ ਮੀ ਇਨਕਲੂਡਿੰਗ ਫੈਮਿਲੀ ਇਨਕਲੂਡਿੰਗ ਜਿਹੜੀ
सारा स्टाफ है, बच्चे हैं, प्रिंसीपल मैम है, इन्होंने को रख के असं इन्होंने एक कार गिफ्ट करती नवी गिफ्ट सारे परिवार ਨੂੰ ਦਿੱਤੇ ਨੇ +2 ਨੇ ਜਿਹੜਾ ਮੈਨੂੰ ਗਿਫਟ ਦਿੱਤਾ ਇੱਕ ਮੇਰੀ ਪਿਆਰੀਆਂ ਨੇ ਬੱਚੀਆਂ ਨੇ 6ਵੀਂ ਕਲਾਸ ਦੀਆਂ ਅੱਜ ਇਹ ਵੀ ਲੈ ਕੇ ਕਰਕੇ ਤੁਸੀਂ ਇਹਨਾਂ ਨੂੰ ਕਰਦੇ ਹੁੰਦੇ ਹੋ ਆ ਮੇਰੇ ਤੁਹਾਡੇ ਲਈ ਗਿਫਟ ਛੋਟਾ ਜਿਹਾ 6th ਕਲਾਸ ਵੱਲੋਂ ਹਾਂਜੀ +2 ਤੱਕ ਟੌਪ ਕਰੂਗੀ ਹਾਂ ਇਹੀ ਫੈਮਿਲੀ ਸਭ ਤੋਂ ਵਧੀਆ ਗਿਫਟ ਹੋਊਗਾ ਮੇਰੇ ਲਈ ਸਭ ਤੋਂ ਵਧੀਆ ਗਿਫਟ ਹੋਊਗਾ ਇਹ ਬੱਚਾ ਬਾਲ ਤਾਂ ਮੈਂ ਦੱਸਣਾ ਚਾਹਾਂਗੀ ਬਾਲ ਸਕੂਲ ਚ ਆਇਆ ਸੀ ਮੈਂ ਇਹਨਾਂ ਨੂੰ ਸਪੈਸ਼ਲ ਮੈਂ ਇਹਨਾਂ ਦੀ ਇੰਗਲਿਸ਼ ਕਲਾਸ ਲਈ ਸੀ ਪੜ੍ਹਾਉਣ ਨੂੰ ਔਰ ਇਸ ਬੱਚੇ ਨੇ ਇੰਨੀ ਮਿਹਨਤ ਕੀਤੀ ਕਿ ਇਹਨਾਂ ਨੇ ਰੋਜ਼ ਮੈਨੂੰ ਦੋ ਰਾਈਟਿੰਗਸ ਕਰਸਿਵ ਰਾਈਟਿੰਗ ਲਿਖ ਕੇ ਔਰ ਆ ਕੇ ਸਾਰਿਆਂ ਤੋਂ ਪਿੱਛੋਂ ਆ ਕੇ ਆਪਣੀ ਕਲਾਸ ਟੌਪ ਕੀਤਾ ਹੁਣ ਵੀ ਪ੍ਰੋਮਿਸ ਕੀਤਾ ਕਿ ਮੈਂ ਹਰ ਸਾਲ ਟੌਪ ਕਰਾਂਗੀ ਸਾਰੇ ਟੀਚਰਸ मेरे वांगू ने ना सिस्टर ने मेरे आजो बटन रख के बना ਸਕੂਲ ਸਟਾਫ ਨੂੰ ਰਿਕੁਐਸਟ ਕਰਦੀ ਹਾਂ ਕਿ ਨਾਲ ਦੇ ਰੂਮ ਸਟਾਫ ਰੂਮ ਦੇ ਵਿੱਚ ਅਸੀਂ ਥੋੜੀ ਜਿਹੀ ਟੀ ਪਾਰਟੀ ਆਰਗੇਨਾਈਜ਼ ਕੀਤੀ ਹੈ ਉੱਥੇ ਚੱਲੀਏ ਠੀਕ ਹੈ ਤੇ ਸਟੂਡੈਂਟਸ ਲਾਈਨਸ ਬਣਾ ਕੇ ਉਧਰ ਵਾਲੇ ਰੂਮਸ 'ਚ ਜਾਓਗੇ ਤੁਹਾਡੀ ਰਿਫਰੈਸ਼ਮੈਂਟ ਉੱਥੇ ਆ ਜੂਗੀ ਠੀਕ ਹੈ ਜੀ ਤੇ ਬਾਅਦ ਚੋਂ ਹਾਫ ਐਨ ਆਵਰ ਦਾ ਸਾਡੀ +2 ਕਲਾਸ ਦੀ ਫੇਅਰਵੈਲ ਲਈ ਅਸੀਂ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਹੈ ਉਹ ਬਾਅਦ ਵਿੱਚ ਅਸੀਂ ਕਰਦੇ ਹਾਂ ਹਾਫ ਐਨ ਆਵਰ ਦਾ ਪ੍ਰੋਗਰਾਮ ਹੈ ਤੁਹਾਡਾ ਠੀਕ ਹੈ ਥੈਂਕ ਯੂ नीलामी कीती इश्के दी महरमा वे कह के बिस्मिल्ला नीलामी कीती इश्के दी महरमा वे कह के बिस्मिल्ला वफावां दियां मुंदरां गवाचियां झूठा पिया टला नीलामी कीती इश्के दी महरमा वे कह के बिस्मिल्ला नीलामी कीती इश्के दी महरमा वे कह के बिस्मिल्ला
ना कीता जद जादू टोना मेरे बोल गवाचे दिल गावण लगा एक नशा अनोखा एक तलब अवली मेरा पोटा पोटा मुस्कावण लगा पर होए पर आए एकदम परछावे शर्मिंदे हो गए कुल दुनिया सामे आए गवाही जदों मंगी मैं वे प्यारिया hungaरा दिता ढिला गवाही जदों मंगी मैं वे प्यारिया hungaरा दिता ढिला वफावां दियां मुंदरा गवाचियां झूठा पिया ढिला नीलामी कीती इश्के दी महरमा वे कह के बिस्मिल्ला उदों चावां नूं भी जिवें चाह सी चढ़िया सी ख्याल भी फिरदे मस्ताने होए कोई अज नजदीकी बन नेड़े आया फिर सापने भी बेगाने होए पर एकदम ही फिर गमगीनी छाई रीजां दे वेड़े बारात नहीं आई हाय मुहब्बतां दे लहंगियां ते रह गया दिल आया सच्चा दिला मुहब्बतां दे लहंगियां ते रह गया दिल आया सच्चा दिला वफावां दियां मुंदरा गवाचियां झूठा पिया ढिला नीलामी कीती इश्के दी महरमा वे कह के बिस्मिल्ला दे कौन गवाइयां दे कौन सुनहड़े ये रमज रूहानी गल होर कितों दी खामोश ख्वाहिशां मंगने सतीफे पर कहनी उम्मीदां गल होर कितों दी पर हासे वाला गुमहार नहीं लभदा की करे आरज़ू इतबार नहीं लभदा है फरेबी जिहा जोगीए सरताज अधूरा ओदा चिल्ला फरेबी जिहा जोगीए सरताज अधूरा ओदा चिल्ला वफावां दियां मुंदरा गवाचियां झूठा पिया ढिला नीलामी कीती इश्के दी महरमा वे कह के बिस्मिल्ला नीलामी कीती इश्के दी महरमा वे कह के बिस्मिल्ला ਜਿਵੇਂ ਉੱਤਰਾਂ ਦੀ ਭਾਲ ਚ ਸਵਾਲ ਜੇ ਸਾਰੇ ਆਗੇ ਚੱਕ ਲਿਓ ਇਹ ਸਾਲੀਆਂ ਦਾ ਲੱਗਾ ਨਹੀਂ ਆਪਾਂ ਨੂੰ ਕੀ ਜਨਾ ਰੱਖੋ ਉਹਦੇ ਮੌਕਾ ਨਹੀਂ ਮਿਲਿਆ ਐਤਵਾਰ ਤੇ ਹੁਣ ਨਹੀਂ ਚੱਲਣਾ ਸਾਡੇ ਵਾਲਾ ਤਾਂ ਹੋ ਗਿਆ ਕੰਮ ਕਰਵਾ ਲੈਂਦੇ ਡਾਕਟਰ ਵਧੀਆ ਨਹੀਂ ਲਿਆਂਦਾ ਨਹੀਂ ਮੇਰੇ ਫਿਰ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ
खुशियां दा सज्जना अज दिन खुशियां दा सज्जना वे अज दिन खुशियां दा सज्जना हो अज दिन खुशियां दा सज्जना वे अज दिन खुशियां दा सज्जना अज दिन खुशियां दा सज्जना वे अज दिन खुशियां दा सज्जना आवो रल मिल खुशी मनाइए हसीए नचिए टप्पिए गाइए वेला मुड़ के नहीं लभना हो अज दिन खुशियां दा सज्जना वे अज दिन खुशियां दा सज्जना अज दिन खुशियां दा सज्जना वे अज दिन खुशियां दा सज्जना यारा नाल महफिल है सजदी यारा दे कहते मिल बैठे ते वदे प्यार दी ओ यारा नाल महफिल है सजदी यारा दे कहते मिल बैठे ते वदे प्यार दी हर मुखड़े दे उत्ते खेड़ा कहंदे आ जांदा जदों इकट्ठे होण दिलदार वी ऐसी करी सबब नाल मिलदी दिल दी कली खुशी नाल खिलदी वे अपने फर्जों नहीं भजना हो अज दिन खुशियां दा सज्जना वे अज दिन खुशियां दा सज्जना अज दिन खुशियां दा सज्जना वे अज दिन खुशियां दा सज्जना ओ जीदा रे संतोख सिंह धमाई वालिया ਵੱਜ ਰਹੀ ਏ ਢੱਡ ਤੁੰਬੀ ਢੋਲ ਕੀ ਸਰੰਗੀ ਛੇਤੀ ਢੋਲੀਆ ਤੂੰ ਢੋਲ ਨੂੰ ਵਜਾਵੀਂ ਹੋ ਵੱਜ ਰਹੀ ਏ ਢੱਡ ਤੁੰਬੀ ਢੋਲ ਕੀ ਸਰੰਗੀ ਛੇਤੀ ਢੋਲੀਆ ਤੂੰ ਢੋਲ ਨੂੰ ਵਜਾਵੀਂ ਮਿੱਤਰਾਂ ਨੇ ਰੌਣਕ ਹਲਾਉਣੀ ਅੱਜ ਇਕੱਠੇ ਹੋਏ ਛੇਤੀ ਸਾਡਾ ਮੂਡ ਬਣਾਵੀਂ ਅਸੀਂ ਬੋਲੀਆਂ ਦਾ ਵੀ ਪਾਉਣਾ ਨਾਲੇ ਨੱਚਣਾ ਅਤੇ ਨਚਾਉਣਾ ਵਿਛਣਾ ਵਾਂਗੂ ਹੈ ਗੱਜਣਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਕੋਈ ਅੱਜ ਪਾਉਂਦਾ ਗੱਲ ਬੱਕਰੀਆਂ ਫਿਰੇ ਵੇਖੋ ਕੋਈ ਅੱਜ ਰਿਆ ਨੋਟ ਵਾਰ ਵਈ ਕੋਈ ਅੱਜ ਪਾਉਂਦਾ ਗੱਲ ਬੱਕਰੀਆਂ ਫਿਰੇ ਵੇਖੋ ਕੋਈ ਅੱਜ ਰਿਆ ਨੋਟ ਵਾਰ ਵਈ ਅੱਡੀ ਅੱਜ ਲੱਗਦੀ ਨਹੀਂ ਧਰਤੀ ਦੀ ਕਿਸੇ ਦੀ ਵੀ ਹਰ ਪਾਸੇ ਵੱਖਰੀ ਨੂੰ ਹਾਰ ਵੀ ਰਲ ਕੇ ਗੱਭਰੂ ਤੇ ਮੁਟਿਆਰਾਂ ਦੇਖੋ ਲੁੱਟਦੇ ਮੌਜ ਬਹਾਰਾਂ ਵੇ ਕਹਿੰਦੇ ਨੱਚ ਕੇ ਨਹੀਂ ਰੱਜਣਾ ਹੋ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ
ਅੱਜ ਵੇਖੋ ਚੜੀ ਹੋਈ ਮਸਤੀ ਏ ਉੱਡ ਰਹੀ ਏ ਅੰਬਰਾਂ ਨੂੰ ਧੂੜ ਵਈ ਦਿਨ ਸੁੱਧ ਸ਼ੌਂਕ ਨਾ ਮਨਾਉਂਦੇ ਨੇ ਪੰਜਾਬੀ ਢੰਡੇ ਭੰਗੜਾ ਹੈ ਜੱਗ 'ਚ ਮਸ਼ਹੂਰ ਨੀ ਸ਼ੰਦਾ ਗੀਤ ਖੁਸ਼ੀ ਦੇ ਗਾਉਂਦਾ ਦੇਖੋ ਸਭ ਦਾ ਮਨ ਪਰਚਾਉਂਦਾ ਨਿਤ ਨਿਤ ਬਾਜਾ ਨਹੀਂ ਵੱਜਣਾ ਹੋਏ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਆਵੋ ਰਲ ਮਿਲ ਖੁਸ਼ੀ ਮਨਾਈਏ ਹੱਸੀਏ ਨੱਚੀਏ ਟੱਪੀਏ ਗਾਈਏ ਵੇਲਾ ਮੁੜ ਕੇ ਨਹੀਂ ਲੱਭਣਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ रौनक मेला लग गया है जी दिल भी पूरा हैप्पी है जी जश्न मनाने रल के यारों की पिगौना पैपी है जी रौनक मेला लग गया है जी दिल भी पूरा हैप्पी है जी जश्न मनाने रल के यारों की पिगौना पैपी है जी अज खुल के डुल डुल के जो करना है बस कर दो जे नचना है तो यस कर दो मैं सबनू कहना ऐ खुशियां ऐसे मिस कर दो जे कह नहीं सकते तो जे नचना है तो यस कर दो मैं सबनू कहना ऐ खुशियां ऐसे मिस कर दो जे कह नहीं सकते तो Desi crew, Desi crew, Desi crew, Desi crew. ਅੱਖ ਲਾ ਕੇ ਲੱਗਣੋਂ ਹਟਾ ਗਈ ਅੱਖ ਨੀ ਵੇਖਣੀ ਤੇਰੀ ਦੇ ਅੱਗੇ ਕੋਈ ਕੱਖ ਨੀ ਅੱਖ ਲਾ ਕੇ ਲੱਗਣੋਂ ਹਟਾ ਗਈ ਅੱਖ ਨੀ ਵੇਖਣੀ ਤੇਰੀ ਦੇ ਅੱਗੇ ਕੋਈ ਕੱਖ ਨੀ ਨੀਂਦਰਾਂ ਨਾ ਆਉਣ ਦੇ ਸੀ ਰੀਜ਼ਨ ਬਥੇਰੇ ਗੱਲ ਦਿਲ ਦੀ ਐ ਨੰਬਰਾਂ ਚੋਂ ਵੰਨ ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਬੋਲਿਆ ਤੂੰ ਕਹਿ ਕੇ ਚੰਨ ਚੰਨ ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਬੋਲਿਆ ਤੂੰ ਕਹਿ ਕੇ ਚੰਨ ਚੰਨ ਬੱਲੀਏ ਸਿੰਪਲ ਜਿਹਾ ਸੂਟ ਵਿੱਚ ਖਾਸ ਤੇਰੀ ਲੁੱਕ ਨੀ ਟੌਪ ਦੀਆਂ ਸੋਹਣੀਆਂ ਚ ਟੌਪ ਤੇਰੀ ਠੁੱਕ ਨੀ ਰੱਬ ਵੱਲੋਂ ਅੱਖ ਨਾ ਏ ਬੈਟਰੀ ਤੇ ਚੱਲੇ ਨਹੀਂ ਤਾਂ ਵੇਖ ਵੇਖ ਤੈਨੂੰ ਬੈਟਰੀ ਸੀ ਜਾਣੀ ਮੁੱਕ ਨੀ ਦੂਰੋਂ ਹੀ ਸਮਾਈਲਾਂ ਪਾਸ ਕਰਦੀ ਤੂੰ ਆਵੇਂ ਦਿਲ ਤੱਕਦੀ ਥਾ ਕਰੇ ਤਨ ਤਨ ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਬੋਲਿਆ ਤੂੰ ਕਹਿ ਕੇ ਚੰਨ ਚੰਨ ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਬੋਲਿਆ ਤੂੰ ਕਹਿ ਕੇ ਚੰਨ ਚੰਨ ਬੱਲੀਏ ਆਖੇ ਜੀ ਦਾ ਲੱਗਦਾ ਏ ਬਿੱਲੋ ਪੂਰਾ ਸ਼ਹਿਰ ਨੀ ਈਜ਼ੀਲੀ ਨਾ ਮਿਲੇ ਉਹਦਾ ਪਿਆਰ ਨਾਲੇ ਵੈਰ ਨੀ ਆ ਮਿੱਤਰਾਂ ਦੀ ਜਾਨ ਮੁੰਡਾ ਯਾਰੀਆਂ ਚ ਟੌਪ ਤੇ ਇਸ਼ਕੇ ਦੇ ਵੱਲ ਤਾਂ ਉਹ ਪੱਟਦਾ ਨਾ ਪੈਰ ਨੀ ਕਿਹੜੇ ਵੇਲੇ ਲਾ ਲਿਆ ਤੂੰ ਆਪਣੀ ਮਨਾਉਣ ਸਾਨੂੰ ਖਬਰਾਂ ਨਾ ਹੋਈਆਂ ਕੰਨੋਂ ਕੰਨ ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਬੋਲਿਆ ਤੂੰ ਕਹਿ ਕੇ ਚੰਨ ਚੰਨ ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਬੋਲਿਆ ਤੂੰ ਕਹਿ ਕੇ ਚੰਨ ਚੰਨ ਬੱਲੀਏ ਕਰਾਵੇ ਨਾ ਲੈ ਕੇ ਦਿਲ ਪਿੱਛੇ ਪਿੱਛੇ ਫਿਰਦੀਆਂ ਅਲੜਾਂ ਨੇ ਸੁਪਨੇ ਚ ਆਉਂਦਾ ਜੱਟ ਚੱਕਰਾਂ ਚ ਆਵੇ ਨਾ ਲੱਗਿਆ ਈ ਤੇਰੇ ਹੱਥ ਟੀਸੀ ਵਾਲਾ ਬੇਰ
ਯਾਰ ਨੀ ਏ ਕਰਮਾਂ ਦੀ ਲਾਟਰੀ ਤੂੰ ਮੰਨ ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਬੋਲਿਆ ਤੂੰ ਕਹਿ ਕੇ ਚੰਨ ਚੰਨ ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਬੋਲਿਆ ਤੂੰ ਕਹਿ ਕੇ ਚੰਨ ਚੰਨ ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਬੋਲਿਆ ਤੂੰ ਕਹਿ ਕੇ ਚੰਨ ਚੰਨ ਬੱਲੀਏ ਉਹ ਸਾਡੀ ਜੋੜੀ ਨੇ ਤਾਂ ਤਹਿਲਕਾ ਮਚਾ ਰੱਖਿਆ ਵੇ ਤੂੰ ਤਾਂ ਅੰਬਰਾਂ ਦਾ ਚੰਨ ਹੀ ਵਿਆਹ ਰੱਖਿਆ ਸਾਡੀ ਜੋੜੀ ਨੇ ਤਾਂ ਤਹਿਲਕਾ ਮਚਾ ਰੱਖਿਆ ਵੇ ਤੂੰ ਤਾਂ ਅੰਬਰਾਂ ਦਾ ਚੰਨ ਹੀ ਵਿਆਹ ਰੱਖਿਆ ਜਦੋਂ ਗੁੱਟ ਫੜ ਤੁਰਦਾ ਏ ਮੱਲੋ ਜ਼ੋਰ ਵੇ ਗੁੱਟ ਫੜ ਤੁਰਦਾ ਏ ਮੱਲੋ ਜ਼ੋਰ ਵੇ ਉਹ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ ਉਹ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਗੀਤਾਂ ਵਿੱਚ ਸਿਫਤਾਂ ਤੂੰ ਕਰੇ ਮੇਰੀਆਂ ਤੇਰੇ ਨਾਲੋਂ ਮਿੱਠੀਆਂ ਨੇ ਗੱਲਾਂ ਤੇਰੀਆਂ ਉਹ ਗੀਤਾਂ ਵਿੱਚ ਸਿਫਤਾਂ ਤੂੰ ਕਰੇ ਮੇਰੀਆਂ ਤੇਰੇ ਨਾਲੋਂ ਮਿੱਠੀਆਂ ਨੇ ਗੱਲਾਂ ਤੇਰੀਆਂ ਭੰਗੜੇ ਤੇ ਤੂੰ ਹੀ ਫਿਰੇ ਵੱਟ ਕੱਢਦਾ ਗਿੱਧੇ ਵਿੱਚ ਮੈਂ ਵੀ ਤਾਂ ਲਿਆਵਾਂ ਨੇਰੀਆਂ ਤੈਨੂੰ ਤੱਕ ਤੱਕ ਚੜੇ ਨਖਰੋਂ ਨੂੰ ਨੋਰ ਵੇ ਤੱਕ ਤੱਕ ਚੜੇ ਨਖਰੋਂ ਨੂੰ ਨੋਰ ਵੇ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ ਉਹ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਪਹਿਲੀ ਤੱਕਣੀ ਚ ਦਿਲ ਉੱਤੇ ਛਾ ਗਿਆ ਸੀ ਵੇ ਮੰਮੀ ਨੂੰ ਪਸੰਦ ਬਾਲਾ ਆ ਗਿਆ ਸੀ ਵੇ ਪਹਿਲੀ ਤੱਕਣੀ ਚ ਦਿਲ ਉੱਤੇ ਛਾ ਗਿਆ ਸੀ ਵੇ ਮੰਮੀ ਨੂੰ ਪਸੰਦ ਬਾਲਾ ਆ ਗਿਆ ਸੀ ਵੇ ਕਿਊਟ ਜਿਹਾ ਕਹਿੰਦੀ ਅੱਜ ਵਾਈ ਮਿਲਿਆ ਹਾਸਾ ਤੇਰਾ ਫੈਮਿਲੀ ਤੇ ਛਾ ਗਿਆ ਸੀ ਵੇ ਤੇਰੀ ਲੁੱਕ ਉੱਤੇ ਮਰਦੀ ਆ ਤੇਰੀ ਕੌਰ ਵੇ ਲੁੱਕ ਉੱਤੇ ਮਰਦੀ ਆ ਤੇਰੀ ਕੌਰ ਵੇ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ ਤੇਰੇ ਨਾਲ ਸੋਹਣੀ ਲੱਗਦੀ ਉਹ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਜੱਟਾ ਤੇਰੀ ਟੌਰ ਨਾ ਜੱਟੀ ਦੀ ਟੌਰ ਵੇ ਬਿਜ਼ੀ ਜੀਵਨ ਦੇ ਵਿੱਚੋਂ ਇੰਨਾ ਕੀਮਤੀ ਵਕਤ ਕੱਢ ਕੇ ਸੁਰਿੰਦਰ ਕੌਰ ਮੈਮ ਦੇ ਇਸ ਸੋਹਣੇ ਜਿਹੇ ਸਮਾਗਮ ਨੂੰ ਪਹੁੰਚੇ ਆ ਸਾਰੇ ਤੇ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ। ਸੁਰਿੰਦਰ ਕੌਰ ਮੈਮ ਲਈ ਮੈਂ ਸਿਰਫ ਆਪਣੇ ਦਿਲ ਦੇ ਜਜ਼ਬਾਤ ਚਾਰ ਲਾਈਨਾਂ 'ਚ ਕਹਿਣਾ ਚਾਹੁੰਦੀ ਹਾਂ। ਜ਼ਿੰਦਗੀ ਹਰ ਪਲ ਕੁਝ ਖਾਸ ਨਹੀਂ ਹੋती, जिंदगी हर पल कुछ खास नहीं होती, फूलों की खुशबू हमेशा पास नहीं होती, फूलों की खुशबू हमेशा पास नहीं होती। मिलना हमारी तकदीर में था मैम, मिलना हमारी तकदीर में था मैम, पर इतनी प्यारी दोस्ती इत्तेफाक नहीं होती। सो दिल तो थैंक यू मैम ने अपने दिल की जगह दी मैनू मेरे नाल मेरा उन्होंने नाल जिहड़ा वक्त बीता बहुत ही प्यारा। मैं वाहिगुरू नूं अरदास करदी कि ऐसे ही साडा टाइम हसते हसते थैंक यू। और मैं दस्तूर आदेशवीर आलम को बुलाना चाहूँगी कि वो भी अपने मम्मा दे वेलकम दे कुछ कह ceremony of my beloved mother. So I would like to share a few words with all. I feel very fortunate to have her as my
mother. She taught me a lot of things. She always had a positive attitude towards life, always enthusiastic, and she always believed in simple living and high thinking. Being a child, I remember she inculcated so many good values in me, like confidence and positivity. Like I still remember when we had a quiz competition in school or a poetry recitation, she would always encourage us, tell us like you have to take part. And no matter which competition it was, I still remember I got certificates for maximum participation and I won maximum prizes all due to her, and I'm very thankful to her for that. When I passed 10th standard, she sat patiently with me and heard my opinion regarding various career options. And when I decided to opt for medical profession, despite my mom being from non-medical field and knowing hardships of medical entrance test, she always encouraged me to follow my passion. When I entered medical college, we talk every day, and she always taught me to be disciplined and hard worker. She would come meet me at weekends and take me out to break monotony of my study. She had always amazed me with her zeal and passion towards giving best future to us. She always used to say, जो मैं खुद ना बन सकी वो मैं अपने बच्चों को बनाने चली हूँ. So, being a working mother, despite of her busy schedule, she never compromised on our upbringing. She would wake up early in the morning, prepare our tiffins, send us to school, and we are very thankful for that. Mom, you have always been a perfect mother, outstanding homemaker, and an inspirational teacher for us all. And no matter where I am in life, I know you will always be there for me. We hope you get your time to do everything you wanted to do in life, from traveling the world to going out, from you wanted to open a meditation center. So we wish you a very happy retirement, and now we have you for the full time with us. No more school. Happy retirement, Mom. Thank you. ਸੰਦੀਪ ਕੌਰ ਮੈਥ ਮਿਸਟਰਸ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਰਿਆਮ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਆਪਣੇ ਸਾਰਿਆਂ ਦਾ ਇੱਥੇ ਇਕੱਠੇ ਹੋਣ ਦਾ ਪਰਪਸ ਹੈ ਸਾਡੇ ਪਿਆਰੇ ਮੈਮ ਸ਼੍ਰੀਮਤੀ ਸੁਰਿੰਦਰਪਾਲ ਕੌਰ ਜੀ ਦੀ ਰਿਟਾਇਰਮੈਂਟ। ਸੋ ਅੱਜ ਸਾਨੂੰ ਉਹਨਾਂ ਦੀ ਰਿਟਾਇਰਮੈਂਟ ਦੀ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ 33 ਸਾਲ ਸਾਡੇ ਇਸ ਐਜੂਕੇਸ਼ਨ ਡਿਪਾਰਟਮੈਂਟ ਨੂੰ ਦਿੱਤੇ। ਐਜੂਕੇਸ਼ਨ ਡਿਪਾਰਟਮੈਂਟ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਪਹਿਲੇ 8 ਸਾਲ ਨਵੋਦਿਆ ਵਿਦਿਆਲਿਆਂ ਨੂੰ, ਫਿਰ 5 ਸਾਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਔਰ ਫਿਰ ਸਾਡੇ 18 ਸਾਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਰਿਆਮ ਵਿਖੇ ਸੇਵਾ ਨਿਭਾਈ ਅਤੇ ਹੁਣ ਜੂਨ 2021 ਤੋਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਅਰਾਪੜ ਗਰਲਜ਼ ਵਿਖੇ ਬਤੌਰ ਲੈਕਚਰ ਹਿਸਟਰੀ ਸੇਵਾ ਨਿਭਾ ਕੇ ਰਿਟਾਇਰ ਹੋਣ ਜਾ ਰਹੇ ਹਨ। ਇਹਨਾਂ ਸਕੂਲਾਂ ਦੇ ਵਿੱਚ ਮੈਮ ਸ਼੍ਰੀਮਤੀ ਸੁਰਿੰਦਰਪਾਲ ਕੌਰ ਜੀ ਨੇ ਬਹੁਤ ਹੀ ਮਿਹਨਤ ਅਤੇ ਲਗਨ ਦੇ ਨਾਲ ਕੰਮ ਕੀਤਾ। ਹੁਣ ਥੋੜੀ ਜਿਹੀ ਉਹਨਾਂ ਦੇ ਘਰੇਲੂ ਜੀਵਨ ਉੱਤੇ ਝਾਤ ਮਾਰਦੇ ਹਾਂ। ਮੈਮ ਸ਼੍ਰੀਮਤੀ ਸੁਰਿੰਦਰਪਾਲ ਕੌਰ ਜੀ ਦੀ ਮੈਰਿਜ 1992 ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਜੀ ਸਰਾਮ ਜੋ ਕਿ ਰਿਟਾਇਰਡ ਅਸਿਸਟੈਂਟ ਲੇਬਰ ਕਮਿਸ਼ਨਰ ਹਨ। 1994 ਦੇ ਵਿੱਚ ਬੇਟੀ ਜਸਨੂਰ ਸਰਾਮ ਜੋ ਕਿ PGI ਦੇ ਵਿੱਚ ਐਜ਼ ਐਨ MD ਡਾਕਟਰ ਸੇਵਾ ਨਿਭਾ ਰਹੇ ਹਨ। 2001 ਦੇ ਵਿੱਚ ਬੇਟੇ ਆਦੇਸ਼ਵੀਰ ਨੇ ਜਨਮ ਲਿਆ ਜੋ ਕਿ ਮੈਡੀਕਲ ਕਾਲਜ ਗਿਆਨ ਸਾਗਰ ਦੇ ਵਿੱਚ MBBS ਕਰ ਰਹੇ ਹਨ। ਮੈਮ ਸੁਰਿੰਦਰਪਾਲ ਕੌਰ ਜੀ ਨੇ ਜਿਵੇਂ ਸਕੂਲ ਵਿੱਚ ਆਪਣੇ ਵਿਦਿਆਰਥੀਆਂ ਦੇ ਲਈ ਅਣਥੱਕ ਮਿਹਨਤ ਕੀਤੀ, ਉਸੇ ਤਰ੍ਹਾਂ ਹੀ ਆਪਣੇ ਪਰਿਵਾਰਿਕ ਜੀਵਨ ਨੂੰ ਬਹੁਤ ਹੀ ਸੂਝ-ਬੂਝ ਤੇ ਲਗਨ ਦੇ ਨਾਲ ਹੀ ਨਿਭਾਇਆ ਹੈ। ਆਪਣੇ ਹਮਸਫਰ ਦੇ ਨਾਲ ਹਰ ਜਗ੍ਹਾ ਹਮ ਕਦਮ ਹੋ ਕੇ ਚੱਲੇ, ਜਿਸ ਦਾ ਨਤੀਜਾ ਵੀ ਸਾਹਮਣੇ ਹੈ ਕਿ ਉਹਨਾਂ ਦੇ ਦੋਨੋਂ ਹੀ ਬੱਚੇ ਬਹੁਤ ਸਮਝਦਾਰ ਹਨ ਅਤੇ ਆਪਣੀ ਲਾਈਫ ਦੇ ਵਿੱਚ ਕਾਮਯਾਬੀ ਵੱਲ ਵੱਧ ਰਹੇ ਹਨ। Now, beautiful lines for a very beautiful lady.
ਸਾਰਾ ਜੀਵਨ ਵਿਦਿਆ ਦੇ ਲੇਖੇ ਲਾਇਆ ਏ, ਅਧਿਆਪਨ ਦੇ ਕਿੱਤੇ ਦਾ ਮਾਣ ਵਧਾਇਆ ਏ। ਅੱਜ ਦਿਨ ਆ ਗਿਆ ਏ ਸੇਵਾ ਤੋਂ ਮੁਕਤੀ ਲੈਣ ਦਾ, ਸਾਡਾ ਤਾਂ ਜੀ ਨਹੀਂ ਕਰਦਾ ਮੈਡਮ ਜੀ ਤੁਹਾਨੂੰ ਅਲਵਿਦਾ ਕਹਿਣ ਦਾ। ਕਈ ਬੱਚਿਆਂ ਨੂੰ ਤੁਹਾਡੇ ਵਿੱਚ ਆਪਣੀ ਮਾਂ ਮਿਲਦੀ ਸੀ, ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ ਠੰਡੀ ਛਾਂ ਮਿਲਦੀ ਸੀ। ਉਹਨਾਂ ਵਿੱਚੋਂ ਜੋ ਪੜ੍ਹਾਈਆਂ ਪੜ੍ਹ ਗਏ ਨੇ ਆਪਣੇ ਆਪਣੇ ਪੈਰਾਂ ਉੱਤੇ ਖੜ ਗਏ ਨੇ। ਹੁਣ ਵੀ ਮੌਕਾ ਲੱਭਦੇ ਨੇ ਤੁਹਾਡੇ ਪੈਰੀ ਪੈਣ ਦਾ, ਮੈਡਮ ਜੀ ਸਾਡਾ ਤਾਂ ਜੀ ਨਹੀਂ ਕਰਦਾ ਤੁਹਾਨੂੰ ਅਲਵਿਦਾ ਕਹਿਣ ਦਾ। ਸੋਹਣੇ ਸਾਦੇ ਪਹਿਰਾਵੇ ਵਿੱਚ ਕਿੰਨੇ ਜੱਚਦੇ ਹੋ, ਉੱਚੇ ਸਿਰ ਵਿੱਚ ਬੋਲਣ ਤੋਂ ਬਚਦੇ ਹੋ। ਹੱਸੂ ਹੱਸੂ ਕਰਦੇ ਮੁਖ ਉੱਤੇ ਡੋਂਟ ਵਰੀ ਬੀ ਹੈਪੀ ਐਂਡ ਬੀ ਪੋਜ਼ਿਟਿਵ ਲਿਖਿਆ ਹੈ। ਕੀ ਫਾਇਦਾ ਵਾਧੂ ਟੈਨਸ਼ਨ ਲੈਣ ਦਾ, ਮੈਡਮ ਜੀ ਸਾਡਾ ਤਾਂ ਜੀ ਨਹੀਂ ਕਰਦਾ ਤੁਹਾਨੂੰ ਅਲਵਿਦਾ ਕਹਿਣ ਦਾ। ਹਾਂਜੀ, ਜਿੰਨੀ ਵੀ ਇਹਨਾਂ ਦੀ ਤਾਰੀਫ ਕੀਤੀ ਜਾ ਸਕੇ ਉਨੀ ਘੱਟ ਆ। ਆਪਣੇ ਸਕੂਲੀ ਜੀਵਨ ਦੇ ਵਿੱਚ ਬੱਚਿਆਂ ਲਈ ਬਹੁਤ ਹੀ ਡੈਡੀਕੇਸ਼ਨ ਨਾਲ ਇਹਨਾਂ ਨੇ ਕੰਮ ਕੀਤਾ। ਵੈਰੀ ਪੋਜ਼ਿਟਿਵ ਲੇਡੀ, ਐਨਰਜੈਟਿਕ। ਗੁਰਵਿੰਦਰ ਕੌਰ ਜੀ ਨੂੰ ਜਿਹੜੇ ਕਿ ਮੈਮ ਦੇ ਨਾਲ ਬਹੁਤ ਲੰਬਾ ਸਮਾਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਰਿਆਮ 'ਚ ਰਹੇ ਨੇ। ਇਹਨਾਂ ਦੀ ਖਾਸੀਅਤ ਹੈ ਜੀ ਆਪ ਲਿਖਦੇ ਵੀ ਹੈ, ਲਿਖਾਰੀ ਵੀ ਨੇ, ਤੇ ਤੁਸੀਂ ਜੇ ਇਹਨਾਂ ਤੋਂ ਇੱਦਾਂ ਦੇ ਵੀ ਇਹਨਾਂ ਸਕੂਲ ਨੇ ਕੁਆਲਿਟੀਜ਼ ਨੇ ਕਿ ਜੇ ਤੁਸੀਂ ਮੌਕੇ ਤੇ ਹੋਰ ਬੈਠੇ ਵੀ ਕੋਈ 4 ਲਾਈਨਾਂ ਲਿਖਣ ਲਈ ਕਹੋਗੇ, ਇਹ ਤੁਹਾਡੇ ਖੜੇ ਖੜੇ 4 ਲਾਈਨਾਂ ਲਿਖ ਦੇਣਗੇ ਤੇ ਬਹੁਤ ਵਧੀਆ ਤੁਹਾਨੂੰ ਸੁਣਾ ਵੀ ਦਿਓ। ਮੈਡਮ ਕਰੋ। ਅੱਜ ਦੇ ਇਸ ਖੁਸ਼ੀ ਭਰੇ ਸਮਾਗਮ ਵਿੱਚ ਪਹੁੰਚੇ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਇੱਕ ਗੱਲ ਕਹਿਣੀ ਚਾਹੂੰਗੀ ਜੀ, ਮੈਡਮ ਸੁਰਿੰਦਰਪਾਲ ਕੌਰ ਜੀ ਨਾਲ ਮੈਂ ਲਗਾਤਾਰ, ਸਾਡਾ ਦੋਵਾਂ ਦਾ A ਤੇ B ਸੈਕਸ਼ਨ ਹੁੰਦਾ ਸੀ ਕਰਿਆਮ ਸਕੂਲ ਵਿੱਚ। ਅਸੀਂ 10 ਸਾਲ ਇਕੱਠੀਆਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਕੱਠੀਆਂ ਹੁੰਦੀਆਂ ਸੀ ਦੋਨੋਂ। ਬਹੁਤ ਕੁਛ ਇਹਨਾਂ ਨੇ ਗਾਈਡ ਕੀਤਾ। ਮੈਂ ਪ੍ਰਾਇਮਰੀ 'ਚ ਪ੍ਰਮੋਟ ਹੋ ਕੇ ਕਰਿਆਮ ਸਕੂਲ ਵਿੱਚ ਆਈ ਸੀ, ਤੇ ਕਈ ਗੱਲਾਂ ਹੁੰਦੀਆਂ ਹਾਈ ਸਕੂਲਾਂ ਵਾਲੀਆਂ ਜਿਹੜੀਆਂ ਨਹੀਂ ਪਤਾ ਹੁੰਦੀਆਂ, ਕਈ ਕੁਛ ਨਹੀਂ ਪਤਾ ਲੱਗਦਾ। ਮੈਡਮ ਨੇ ਬੜੇ ਪਿਆਰ ਨਾਲ ਸਮਝਾਉਣਾ ਵੀ ਇਸ ਤਰ੍ਹਾਂ ਕਰ ਲਓ। ਮਤਲਬ ਬਹੁਤ ਵਧੀਆ ਐਡਜਸਟਮੈਂਟ ਇਹਨਾਂ ਨੇ ਮੇਰੇ ਨਾਲ ਰੱਖੀ ਇੰਨੇ ਸਾਲ। ਇਹਨਾਂ ਦੀ ਕਈਆਂ ਗੱਲਾਂ ਹਾਲੇ ਤੱਕ ਵੀ ਮੈਨੂੰ ਯਾਦ ਆਉਂਦੀਆਂ ਨੇ ਤੇ ਬਹੁਤ ਜੀਵਨ ਵਿੱਚ ਕੰਮ ਆਉਣ ਵਾਲੀਆਂ ਨੇ। ਤੇ ਮੈਡਮ ਨੂੰ ਮੈਂ ਕਹਿਣਾ ਚਾਹੂੰਗੀ ਜੀ, ਅੱਗੇ ਤੋਂ ਵੀ ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਗਾਈਡ ਕਰਦੇ ਰਹਿਣ। ਹਾਂਜੀ, ਥੋੜ੍ਹਾ ਜਿਹਾ ਮੈਂ ਲਿਖ ਕੇ ਲੈ ਕੇ ਆਈ ਹਾਂ ਜਿਹੜਾ ਤੁਹਾਡੇ ਅੱਜ ਹੈ। ਵਿੱਚ ਆਕਾਸ਼ਾਂ ਤਾਰੇ ਚੜ੍ਹਦੇ ਲਹਿੰਦੇ ਨੇ, ਵਿੱਚ ਆਕਾਸ਼ਾਂ ਤਾਰੇ ਚੜ੍ਹਦੇ ਲਹਿੰਦੇ ਨੇ, ਸੂਰਜ ਚੰਨ ਵੀ ਛਿਪਦੇ ਚੜ੍ਹਦੇ ਰਹਿੰਦੇ ਨੇ, ਸੂਰਜ ਚੰਨ ਵੀ ਛਿਪਦੇ ਚੜ੍ਹਦੇ ਰਹਿੰਦੇ ਨੇ। ਦਿਨ ਤੇ ਰਾਤ ਦਾ ਚੱਕਰ ਏਦਾਂ ਚੱਲਦਾ ਰਹਿੰਦਾ ਏ, ਦਿਨ ਤੇ ਰਾਤ ਦਾ ਚੱਕਰ ਏਦਾਂ ਚੱਲਦਾ ਰਹਿੰਦਾ ਏ। ਇਹ ਸਮਾਂ ਹੈ ਆਪਣੀ ਤੋਰੇ ਤੁਰਦਾ ਰਹਿੰਦਾ ਏ, ਇਹ ਸਮਾਂ ਹੈ ਆਪਣੀ ਤੋਰੇ ਤੁਰਦਾ ਰਹਿੰਦਾ ਏ। ਇਹ ਬਦਲਾਅ ਜੀਵਨ ਗੱਡੀ ਦਾ ਇੱਕ ਹਿੱਸਾ ਹੈ। ਜਦੋਂ ਅਸੀਂ ਰਿਟਾਇਰ ਹੁੰਦੇ ਹਾਂ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਇੱਕ ਤਰ੍ਹਾਂ ਨਾਲ, ਪਰ ਇਹ ਬਦਲਾਅ ਜਿਹੜਾ ਅਸੀਂ ਕਦੇ ਵੀ ਇਹ ਨਹੀਂ ਸੋਚਣਾ ਵੀ ਅਸੀਂ ਹੁਣ ਬੁੱਢੇ ਹੋ ਗਏ, ਅਸੀਂ ਹੁਣ ਕੁਝ ਕਰ ਨਹੀਂ ਸਕਦੇ। ਪਰ ਮੈਡਮ ਜੀ ਤਾਂ ਬਹੁਤ ਪੋਜ਼ੀਟਿਵ ਸੋਚ ਵਾਲੇ ਆ, ਤਾਂ ਬਾਕੀਆਂ ਨੂੰ ਵੀ ਪੋਜ਼ੀਟਿਵ ਕਰਦੇ ਨੇ। ਹਾਂਜੀ, ਡਿੱਗੇ ਹੋਇਆਂ ਨੂੰ ਉਠਾਉਂਦੇ ਨੇ। ਇਹ ਬਦਲਾਅ ਜੀਵਨ ਗੱਡੀ ਦਾ ਇੱਕ ਹਿੱਸਾ ਹੈ, ਇਹਦੇ ਟਾਇਰਾਂ ਦੇ ਵਿੱਚ ਗੱਡੀਆਂ ਭਰਦਾ ਰਹਿੰਦਾ ਹੈ। ਇਹ ਬਦਲਾਅ ਜੀਵਨ ਗੱਡੀ ਦਾ ਇੱਕ ਹਿੱਸਾ ਹੈ, ਇਹਦੇ ਟਾਇਰਾਂ ਦੇ ਵਿੱਚ ਗੱਡੀਆਂ ਭਰਦਾ ਰਹਿੰਦਾ ਹੈ। ਇਹ ਜਿਹੜਾ ਸਮਾਂ ਹੈ ਉਹਦੇ ਬਾਰੇ ਵਿੱਚ ਹੈ। ਰਿਟਾਇਰਮੈਂਟ ਵੀ ਸਾਥੀਓ ਸਾਡੇ ਟਾਇਰ ਬਦਲਦੀ ਹੈ, ਰਿਟਾਇਰਮੈਂਟ ਵੀ ਸਾਥੀਓ ਸਾਡੇ ਟਾਇਰ ਬਦਲਦੀ ਹੈ। ਰਿਚਾਰਜ ਕਰਕੇ ਸਾਨੂੰ ਮੁੜ ਸੰਸਾਰ 'ਚ ਧਰਨੀ ਹੈ, ਰਿਚਾਰਜ ਕਰਕੇ ਸਾਨੂੰ ਮੁੜ ਸੰਸਾਰ 'ਚ ਧਰਨੀ ਹੈ। ਰਿਚਾਰਜ ਗੈਜਟ ਮੁੜ ਕੇ ਉਹਨਾਂ ਹੀ ਸਮਰੱਥ ਹੁੰਦਾ, ਜਿਸੇ ਗੈਜਟ ਦੀ ਵੈਲਿਊ ਡਾਊਨ
ਰੂਟੀਨ ਦੇ ਵਿੱਚ ਕਦੀ ਵੀ ਹੋਰ ਰੋਲ ਬਣਾ ਕੇ ਆਪਣੀ ਸੇਵਾ ਸੰਭਾਲ ਦੇ ਵਿੱਚ ਲੱਗਣਾ ਹੀ ਹੈ। ਇਸ ਨੂੰ ਰਿਟਾਇਰਮੈਂਟ ਬਦਲਾਓ ਈਵਨ ਨਾ ਆਵੇ